देखो ਜਦੋਂ ਵਿਦੇਸ਼ੀ ਹੁਕਮਰਾਨ ਭਾਰਤ ਆਏ ਤੇ ਉਹਨਾਂ ਨੇ ਭਾਰਤ ਤੇ ਕਬਜ਼ਾ ਕਰਨ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਹਨਾਂ ਨੇ ਧਰਮ ਚੁਣ ਲਿਆ, ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਹਨਾਂ ਨੇ ਕਰਮ ਚੁਣ ਲਿਆ। ਜਦੋਂ ਮੁਗਲ ਸ਼ਾਸਕ ਜਿਹੜੇ ਸੀ ਉਹ ਭਾਰਤ ਦੇ ਅੰਦਰ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਜਾਂ ਧਰਮ ਚੁਣ ਲਓ ਤੇ ਜਾਂ ਜ਼ਿੰਦਗੀ ਚੁਣ ਲਓ। ਕਈਆਂ ਨੇ ਧਰਮ ਚੁਣਿਆ, ਕਈਆਂ ਨੇ ਜ਼ਿੰਦਗੀ ਚੁਣੀ। ਜਿਨ੍ਹਾਂ ਨੇ ਜ਼ਿੰਦਗੀ ਚੁਣੀ ਉਹਨਾਂ ਨੇ ਧਰਮ ਛੱਡਤਾ, ਜਿਨ੍ਹਾਂ ਨੇ ਧਰਮ ਚੁਣਿਆ ਉਹਨਾਂ ਨੇ ਜ਼ਿੰਦਗੀ ਛੱਡਤੀ। ਮੇਰੀ ਕੱਲ ਸਵੇਰੇ ਹੀ ਸਰਸੇ ਨਾਲ ਗੱਲ ਹੋਈ ਸੀ ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ। ਤੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਔਰ ਬਿਲਕੁਲ ਉਵੇਂ ਹੋਇਆ ਜਿਵੇਂ ਮੁਗਲਾਂ ਦੇ ਦੌਰ ਦੇ ਵਿੱਚ ਜਾਂ ਵਿਦੇਸ਼ੀ ਹੁਕਮਰਾਨ ਮੁਗਲਾਂ ਤੋਂ ਜਿਹੜੇ ਪਹਿਲੋਂ ਆਏ ਸੀ ਉਹਨਾਂ ਦੇ ਦੌਰ ਦੇ ਵਿੱਚ ਜਿਵੇਂ ਹੁੰਦਾ ਸੀ। ਫਰਕ ਸਿਰਫ ਇੰਨਾ ਹੈ ਕਿ ਉਦੋਂ ਧਰਮ ਤੇ ਕਰਮ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ ਜਾਂ ਧਰਮ ਚੋਂ ਜ਼ਿੰਦਗੀ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ। ਤੇ ਸਰਸੇ ਨੂੰ ਜੇਲ੍ਹ ਤੇ ਬੀਜੇਪੀ ਦੋਨਾਂ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਤੇ ਉਹਨੇ ਬੀਜੇਪੀ ਚੁਣ ਲਈ। ਔਰ ਇਹਦੇ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਉਹਨੂੰ ਬੀਜੇਪੀ 'ਚ ਜਾਣ ਵਾਸਤੇ ਮਜਬੂਰ ਕਰ ਲਿਆ, ਉਹ ਵੀ ਜ਼ਿੰਮੇਵਾਰ ਹੈ ਔਰ ਇਹ ਉਹਨਾਂ ਦੀ ਰਾਜਨੀਤਿਕ ਭੁੱਲ ਵੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਇੱਕ ਵਾਹਿਦ ਜਥੇਬੰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਦੇ ਪ੍ਰੈਜ਼ੀਡੈਂਟ ਦੇ ਉੱਤੇ, ਕੱਲੇ ਪ੍ਰੈਜ਼ੀਡੈਂਟ ਦੇ ਉੱਤੇ ਨਹੀਂ ਬਲਕਿ 11 ਹੋਰ ਜਿਹੜੇ ਇਲੈਕਟਡ ਮੈਂਬਰ ਨੇ ਚੁਣ ਕੇ ਆਏ ਨੇ ਸੰਗਤ ਵੱਲੋਂ, ਉਹਨਾਂ ਦੇ ਉੱਤੇ ਬੋਕਸ ਜਿਹੜੇ ਆ ਉਹ ਪਰਚੇ ਦਰਜ ਕਰਵਾਏ ਜਾਂਦੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਸਾਰਾ ਕੁਝ ਛੱਡੋ ਤੇ ਸਾਡੇ ਵੱਲ ਆਓ। ਇਹ ਮੈਂ ਸਮਝਦਾ ਕਿ ਬਿਲਕੁਲ ਗਲਤ ਹੈ। ਹੋ ਸਕਦਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਾ ਪ੍ਰਬੰਧ ਉਹ ਸੰਭਾਲ ਲੈਣ, ਪਰ ਕਿਤੇ ਨਾ ਕਿਤੇ ਇਹਦੇ ਲਈ ਸਾਡੇ ਸਿੱਖ ਵੀ ਜ਼ਿੰਮੇਦਾਰ ਹੋਣਗੇ। ਦੇਖੋ ਜਦੋਂ ਵਿਦੇਸ਼ੀ ਹੁਕਮਰਾਨ ਭਾਰਤ ਆਏ ਤੇ ਉਹਨਾਂ ਨੇ ਭਾਰਤ ਤੇ ਕਬਜ਼ਾ ਕਰਨ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਹਨਾਂ ਨੇ ਧਰਮ ਚੁਣ ਲਿਆ, ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਹਨਾਂ ਨੇ ਕਰਮ ਚੁਣ ਲਿਆ। ਜਦੋਂ ਮੁਗਲ ਸ਼ਾਸਕ ਜਿਹੜੇ ਸੀ ਉਹ ਭਾਰਤ ਦੇ ਅੰਦਰ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਜਾਂ ਧਰਮ ਚੁਣ ਲਓ ਤੇ ਜਾਂ ਜ਼ਿੰਦਗੀ ਚੁਣ ਲਓ। ਕਈਆਂ ਨੇ ਧਰਮ ਚੁਣਿਆ, ਕਈਆਂ ਨੇ ਜ਼ਿੰਦਗੀ ਚੁਣੀ। ਜਿਨ੍ਹਾਂ ਨੇ ਜ਼ਿੰਦਗੀ ਚੁਣੀ ਉਹਨਾਂ ਨੇ ਧਰਮ ਛੱਡਤਾ, ਜਿਨ੍ਹਾਂ ਨੇ ਧਰਮ ਚੁਣਿਆ ਉਹਨਾਂ ਨੇ ਜ਼ਿੰਦਗੀ ਛੱਡਤੀ। ਮੇਰੀ ਕੱਲ ਸਵੇਰੇ ਹੀ ਸਰਸੇ ਨਾਲ ਗੱਲ ਹੋਈ ਸੀ ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ। ਤੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਔਰ ਬਿਲਕੁਲ ਉਵੇਂ ਹੋਇਆ ਜਿਵੇਂ ਮੁਗਲਾਂ ਦੇ ਦੌਰ ਦੇ ਵਿੱਚ ਜਾਂ ਵਿਦੇਸ਼ੀ ਹੁਕਮਰਾਨ ਮੁਗਲਾਂ ਤੋਂ ਜਿਹੜੇ ਪਹਿਲੋਂ ਆਏ ਸੀ ਉਹਨਾਂ ਦੇ ਦੌਰ ਦੇ ਵਿੱਚ ਜਿਵੇਂ ਹੁੰਦਾ ਸੀ। ਫਰਕ ਸਿਰਫ ਇੰਨਾ ਹੈ ਕਿ ਉਦੋਂ ਧਰਮ ਤੇ ਕਰਮ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ ਜਾਂ ਧਰਮ ਚੋਂ ਜ਼ਿੰਦਗੀ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ। ਤੇ ਸਰਸੇ ਨੂੰ ਜੇਲ੍ਹ ਤੇ ਬੀਜੇਪੀ ਦੋਨਾਂ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਤੇ ਉਹਨੇ ਬੀਜੇਪੀ ਚੁਣ ਲਈ। ਔਰ ਇਹਦੇ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਉਹਨੂੰ ਬੀਜੇਪੀ 'ਚ ਜਾਣ ਵਾਸਤੇ ਮਜਬੂਰ ਕਰ ਲਿਆ, ਉਹ ਵੀ ਜ਼ਿੰਮੇਵਾਰ ਹੈ ਔਰ ਇਹ ਉਹਨਾਂ ਦੀ ਰਾਜਨੀਤਿਕ ਭੁੱਲ ਵੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਇੱਕ ਵਾਹਿਦ ਜਥੇਬੰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਦੇ ਪ੍ਰੈਜ਼ੀਡੈਂਟ ਦੇ ਉੱਤੇ, ਕੱਲੇ ਪ੍ਰੈਜ਼ੀਡੈਂਟ ਦੇ ਉੱਤੇ ਨਹੀਂ ਬਲਕਿ 11 ਹੋਰ ਜਿਹੜੇ ਇਲੈਕਟਡ ਮੈਂਬਰ ਨੇ ਚੁਣ ਕੇ ਆਏ ਨੇ ਸੰਗਤ ਵੱਲੋਂ, ਉਹਨਾਂ ਦੇ ਉੱਤੇ ਬੋਕਸ ਜਿਹੜੇ ਆ ਉਹ ਪਰਚੇ ਦਰਜ ਕਰਵਾਏ ਜਾਂਦੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਸਾਰਾ ਕੁਝ ਛੱਡੋ ਤੇ ਸਾਡੇ ਵੱਲ ਆਓ। ਇਹ ਮੈਂ ਸਮਝਦਾ ਕਿ ਬਿਲਕੁਲ ਗਲਤ ਹੈ। ਹੋ ਸਕਦਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ
ਦਾ ਪ੍ਰਬੰਧ ਉਹ ਸੰਭਾਲ ਲੈਣ, ਪਰ ਕਿਤੇ ਨਾ ਕਿਤੇ ਇਹਦੇ ਲਈ ਸਾਡੇ ਸਿੱਖ ਵੀ ਜ਼ਿੰਮੇਦਾਰ ਹੋਣ।